ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤੜੀਆ ਵਾਟ ਦੁਹੇਲੀ ਰਾਮ, ਪਾਪ ਕੰਮਾਂ ਬੰਦਿਆਂ ਤੇਰਾ ਕੋਈ ਨਾ ਵੇਲੀ ਰਾਮ। ਕੋਈ ਨਾ ਵੇਲੀ ਹੋਏ ਤੇਰਾ, ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ, ਹਿਰਦੇ ਆਵੇ। ਗੁਣ ਗੋਪਾਲ ਨਾ ਜਪੈ ਰਸਨਾ, ਫਿਰ ਕਦੋਂ ਸੇ ਦੇਹ ਆਵੇ। ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਜਮ ਮਗ ਗੋਨ ਇਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ, ਸਦਾ ਫਿਰਤ ਦੁਹੇਲੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਿਤਾ ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਲਾਹਾ। ਕਮਾਦੈ ਅਰ ਕਾਗਦੈ, ਕੁੰਨੇ ਕੋਇਲਿਆ। ਮੰਦੇ ਅਮਲ ਕਰੇਂਦਿਆਂ, ਇਹ ਸਜਾਏ ਤਿਨ੍ਹਾਂ। ਹਰਿ ਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਬਾਤ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਸ਼ਬਦ ਗੁਰੂ, ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋਏ ਬੈਠੇ ਸਤ ਸੰਗੀ ਜਨੋ ਅਤੇ ਇਸ ਸਥਾਨ ਤੋਂ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੇ ਗੁਰਮੁਖ ਪਿਆਰੇ ਗੁਰਮੁਖ ਜਨੋ,
ਚੋਂ ਅਜੋਕੇ ਮਾਧਿਅਮ ਦੇ ਰਾਹੀਂ ਇਹ ਪ੍ਰੋਗਰਾਮ ਘਰਾਂ ਵਿੱਚ ਬੈਠ ਕੇ ਸੰਗਤਾਂ ਲਾਈਵ ਸਰਵਣ ਕਰ ਰਹੀਆਂ ਹਨ। ਇਹ ਪ੍ਰੋਗਰਾਮ myguruduara.com ਤੋਂ ਲਾਈਵ ਹੋ ਰਿਹਾ ਹੈ ਅਤੇ ਗਿਆਨੀ ਦੇਵਿੰਦਰ ਸਿੰਘ ਦਰਪਣ ਫੇਸਬੁੱਕ ਤੋਂ ਇਸ ਆਈਡੀ ਤੋਂ ਵੀ ਇਹ ਪ੍ਰੋਗਰਾਮ ਲਾਈਵ ਚੱਲ ਰਹੇ ਹਨ। ਸੋ ਜਿੱਥੇ ਵੀ ਸੰਗਤਾਂ ਬੈਠ ਕੇ ਗੁਰੂ ਕੇ ਸ਼ਬਦ ਨੂੰ ਵਿਚਾਰਦੀਆਂ ਹਨ ਅਤੇ ਸੰਗਤਾਂ ਇਸ ਸ਼ਬਦ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਅਮਲਾਂ ਦੇ ਵਿੱਚ ਗੁਰੂ ਕੇ ਸਿਧਾਂਤ ਨੂੰ ਸ਼ਾਮਲ ਕਰਦੀਆਂ ਹਨ, ਉਹ ਸੰਗਤਾਂ ਵੱਡੇ ਭਾਗਾਂ ਵਾਲੀਆਂ ਹਨ। ਕਿਉਂਕਿ ਅਸਲ ਦੇ ਵਿੱਚ ਇਹ ਰੂਹਾਨੀਅਤ ਦੀ ਬਾਣੀ, ਜੇ ਆਪਾਂ ਇਸ ਬਾਣੀ ਨੂੰ ਪੜ੍ਹਦੇ ਹਾਂ, ਕੀਰਤਨ ਰੂਪ ਵਿੱਚ ਸੁਣਦੇ ਹਾਂ, ਕਥਾ ਰੂਪ ਵਿੱਚ ਵਿਚਾਰਦੇ ਹਾਂ, ਤਾਂ ਇਹ ਗੱਲ ਤਾਂ ਪੱਕੀ ਹੈ ਕਿ ਜੀਵਨ ਦੇ ਵਿੱਚ ਇਹ ਬਾਣੀ ਸਾਡੇ ਕੁਝ ਕਰਦੀ ਹੈ। ਔਰ ਜੇ ਇਤਨਾ ਕਰਨ ਤੋਂ ਬਾਅਦ ਵੀ ਸਾਡੇ ਜੀਵਨ 'ਚ ਬਦਲਾਵ ਨਹੀਂ ਆ ਰਿਹਾ ਤੇ ਸਮਝ ਲੈਣਾ ਦਵਾਈ ਤਾਂ ਚੰਗੀ ਹੈ ਪਰ ਅਸੀਂ ਪਰਹੇਜ਼ ਨਹੀਂ ਕਰ ਰਹੇ। ਕਿਉਂਕਿ ਬੰਦਾ ਬਿਮਾਰ ਹੁੰਦਾ ਹੈ, ਡਾਕਟਰ ਕੋਲ ਜਾਂਦਾ ਹੈ, ਉੱਥੋਂ ਦਵਾਈ ਲੈ ਕੇ ਆਉਂਦਾ ਹੈ, ਉਹ ਦਵਾਈ ਕੁਛ ਕਰਦੀ ਹੈ, ਬੰਦੇ ਦੇ ਤਾਪ ਨੂੰ, ਫੀਵਰ ਨੂੰ ਘਟਾਉਂਦੀ ਹੈ, ਨਜ਼ਲਾ ਜ਼ੁਕਾਮ ਠੀਕ ਕਰਦੀ ਹੈ, ਬਿਮਾਰੀਆਂ ਨੂੰ ਦਵਾਈ ਠੀਕ ਕਰਦੀ ਹੈ। ਪਰ ਜੇ ਦਵਾਈ ਲੈ ਕੇ ਆਈਏ, ਖਾਈਏ ਔਰ ਖਾਣ ਤੋਂ ਬਾਅਦ ਵੀ ਆਰਾਮ ਨਾ ਹੋਵੇ ਤੇ ਅਸੀਂ ਕਈ ਵਾਰੀ ਡਾਕਟਰ ਨੂੰ ਆਖਦੇ ਹਾਂ ਦਵਾਈ ਤੇ ਖਾਧੀ ਹੈ ਪਰ ਆਰਾਮ ਕੋਈ ਨਹੀਂ ਹੋਇਆ। ਫਿਰ ਡਾਕਟਰ ਇੱਕ ਅਗਲੀ ਗੱਲ ਪੁੱਛਦਾ ਹੈ ਕਿ ਤੁਸੀਂ ਪਰਹੇਜ਼ ਨਾਲ ਦਵਾਈ ਖਾਧੀ ਹੈ। ਜਿਹੜੀ ਗੱਲਾਂ ਤੋਂ ਤੁਹਾਨੂੰ ਵਰਜਿਆ ਸੀ ਕਿ ਉਹ ਗੱਲਾਂ ਤੁਸੀਂ ਕੀਤੀਆਂ ਨੇ, ਤੇ ਦਵਾਈ ਖਾਣ ਵਾਲਾ ਆਖੇ ਜੀ ਮੈਂ ਜਿਹੜੀਆਂ ਗੱਲਾਂ ਤੁਸੀਂ ਪਰਹੇਜ਼ ਦੱਸਿਆ ਸੀ ਉਹ ਕੀਤਾ ਨਹੀਂ ਹੈ, ਤੇ ਉਹ ਆਖੇਗਾ ਦਵਾਈ ਚੰਗੀ ਸੀ ਪਰ ਪਰਹੇਜ਼ ਤੋਂ ਬਿਨਾਂ ਇਸਨੇ ਅਸਰ ਨਹੀਂ ਕੀਤਾ। ਇਸ ਕਰਕੇ ਬਾਣੀ ਤਾਈ ਸਤਿਗੁਰ ਅੰਮ੍ਰਿਤ ਬਾਣੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਜਲਨ ਬੁਝਾ ਦਿੰਦੀ, ਜੀਵਨ ਵਿੱਚੋਂ ਮਨ ਨੂੰ ਸੀਤਲ ਕਰ ਦਿੰਦੀ ਹੈ, ਤੇ ਇਹ ਬਾਣੀ ਰੱਬ ਦੇ ਦੀਦਾਰ ਕਰਾ। ਆਓ ਕਿਤੇ ਇਸ ਬਾਣੀ ਦੇ ਰਾਹੀਂ ਸਾਡਾ ਮਨ ਸੀਤਲ ਹੋ ਜਾਏ, ਸਾਡੇ ਅੰਦਰ ਦਾ ਜਿਹੜਾ ਸਾੜਾ ਹੈ ਉਹ ਮੁੱਕ ਜਾਏ, ਤੇ ਆਪਣੇ ਅੰਦਰ ਅਸੀਂ ਝਾਤੀ ਮਾਰ ਸਕੀਏ ਕਿ ਸਾਡੇ ਕਰਮ, ਸਾਡੇ ਅਮਲ ਕਿੱਦਾਂ ਦੇ ਨੇ। ਸੋ ਬਾਬਾ ਫਰੀਦ ਜੀ ਨੇ ਅੱਜ ਜੋ ਦ੍ਰਿਸ਼ਟਮਾਨ ਸੰਸਾਰ ਹੈ ਉਸ ਦੀਆਂ ਉਦਾਹਰਨਾਂ ਜੁੜਨ ਤੋਂ ਪਹਿਲਾਂ ਮਨੋਵਿਰਤੀਆਂ ਇਕਾਗਰ ਕਰੋ, ਪਿਆਰ ਨਾਲ ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਨੇ ਮਨੁੱਖ ਦੇ ਮੰਦੇ ਕਰਮਾਂ ਦੇ ਬਾਰੇ ਅੱਜ ਸਮਝਾਇਆ ਹੈ ਕਿ ਜਿਹੜੇ ਮਨੁੱਖ
ਇਹਨਾਂ ਵਿਸ ਗੰਦਲਾਂ ਦੀ ਖਾਤਰ ਮੰਦੇ ਕਰਮ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਦੇ ਘਰ ਸਜ਼ਾ ਭੁਗਤਣੀ ਪੈਂਦੀ ਹੈ। ਗੁਸਤਾਖੀ ਮੁਆਫ। ਪਰ ਇੱਕ ਸੱਚਾਈ ਹੈ, ਅੱਜ ਸਾਡੇ ਵਿੱਚੋਂ ਜਿਹੜਾ ਪੜ੍ਹਾ ਲਿਖਾ ਸਮਾਜ ਹੈ ਉਹ ਆਖਦਾ ਕਿ ਕੋਈ ਚਿੱਤਰਗੁਪਤ ਨਹੀਂ, ਕੋਈ ਧਰਮ ਰਾਜ ਨਹੀਂ, ਕੋਈ ਲੇਖਾ ਜੋਖਾ ਨਹੀਂ, ਸਭ ਕੁਝ ਇੱਥੇ ਹੀ ਹੈ। ਇਹ ਜਗ ਮਿੱਠਾ ਅੱਗੇ ਕਿੰਨੇ ਡਿੱਠਾ। ਸਾਡੇ ਵਿੱਚੋਂ ਬਹੁਤੇ ਇਸ ਗੱਲ ਨੂੰ ਆਖਦੇ ਹਨ, ਪਰ ਜੇ ਸਤਿਗੁਰੂ ਜੀ ਆਖਦੇ ਨੇ ਕਿ ਲੇਖਾ ਤੇਰਾ ਇੱਕ ਇੱਕ ਕਰਮ ਵਾਚਿਆ ਜਾਣਾ ਹੈ ਔਰ ਕਰਮਾਂ ਦੇ ਅਨੁਸਾਰ ਤੂੰ ਸਜ਼ਾ ਦਾ ਭਾਗੀਦਾਰ ਹੋਏਗਾ, ਤੇ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ। ਭਾਵੇਂ ਅਸੀਂ ਬਹੁਤ ਤੇਜ਼ ਹਾਂ, ਅਸੀਂ ਇਹਨਾਂ ਗੱਲਾਂ ਤੋਂ ਮੁਕਰ ਜਾਂਦੇ ਹਾਂ ਕਿ ਅੱਗੇ ਕੁਛ ਨਹੀਂ ਹੈ। ਤੇ ਜੇ ਅੱਗੇ ਕੁਛ ਨਹੀਂ ਹੈ ਤੇ ਬਾਣੀ ਦਾ ਬਹੁਤਾ ਹਿੱਸਾ ਇਸ ਸੰਦਰਭ ਦੇ ਵਿੱਚ ਸਤਿਗੁਰੂ ਨੇ ਲਿਖਿਆ ਹੈ ਕਿ ਅੱਗੇ ਤੇਰਾ ਲੇਖਾ ਜੋਖਾ ਹੋਣਾ। ਜਿਵੇਂ ਬਾਬਾ ਫਰੀਦ ਜੀ ਦੇ ਪਿੱਛੇ ਸ਼ਲੋਕ ਵੀ ਪੜ੍ਹ ਕੇ ਆਏ, ਫਰੀਦਾ ਚਾਰ ਗਵਾਇਆ ਹੰਡ ਕੈ ਸਮ ਲੇਖਾ ਰੱਬ ਕੇ। ਵਾਹਿਗੁਰੂ ਜੀ ਨੇ ਲੇਖਾ ਮੰਗਣਾ ਹੈ। ਇਹ ਸੱਚਾਈ ਹੈ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਲੇਖਾ ਹੁੰਦਾ ਹੈ, ਕਿਉਂਕਿ ਸਭਨਾ ਕਾ ਦਰ ਲੇਖਾ ਹੋਏ, ਕਰਨੀ ਵਾਜੋ ਤਰੈ ਨਾ ਕੋਏ। ਉਸ ਮਾਲਕ ਪ੍ਰਭੂ ਨੇ ਸੰਸਾਰ ਨੂੰ, ਇਸ ਧਰਤੀ ਨੂੰ ਦੋ ਰੂਪ ਦਿੱਤੇ ਨੇ। ਇੱਕ ਧਰਤੀ ਕਰਮ ਭੂਮੀ ਹੈ ਤੇ ਇਹ ਧਰਤੀ ਦੂਜੀ ਧਰਮਸ਼ਾਲਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਸਮਝਾਇਆ, ਸਾਹਿਬ ਜੀ ਆਖਦੇ ਹਨ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਅਸਾਂ ਜੀਵਾਂ ਦੇ ਇੱਕ ਕਰਮ ਦੀ ਉੱਥੇ ਵਿਚਾਰ। ਇੱਕ ਹੋਰ ਖਿਆਲ ਆਪ ਜੀ ਨਾਲ ਦਾਸ ਸਾਂਝਾ ਕਰੇ ਕਿ ਸੰਸਾਰ ਦੇ ਵਿੱਚ ਇਸ ਕਰਮ ਭੂਮੀ ਵਿੱਚ ਕੋਈ ਕਰਮ ਕਰਦੇ ਹੋ ਸਕਦਾ ਉਸਦੀ ਕੋਈ ਮੁਆਫੀ ਤੁਹਾਨੂੰ ਦੇ ਦੇਵੇ, ਪਰ ਉਹ ਮਾਲਕ ਆਪ ਸੱਚਾ ਹੈ ਤੇ ਉਸਦਾ ਦਰਬਾਰ ਜਿਹੜਾ ਉਹ ਵੀ ਸੱਚਾ ਹੈ। ਉਹਦੇ ਦਰਬਾਰ 'ਚ ਰਿਸ਼ਵਤ ਨਹੀਂ ਚੱਲਦੀ, ਉਹਦੇ ਦਰਬਾਰ 'ਚ ਚਲਾਕੀਆਂ ਨਹੀਂ ਚੱਲਦੀਆਂ। ਇਸ ਕਰਕੇ ਇਹ ਖਿਆਲ ਜੀਵਨ 'ਚ ਕਰ ਲੈਣਾ ਕਿ ਉਸਦੇ ਦਰਬਾਰ ਦੇ ਵਿੱਚ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਜਿਨ੍ਹਾਂ ਦੇ ਕੰਮ ਮੰਦੇ ਹਨ। ਪਰ ਉਹ ਸਜ਼ਾ ਕਿੱਦਾਂ ਦੀ ਹੈ? ਬਾਬਾ ਫਰੀਦ ਜੀ ਨੇ ਇੱਕ ਦ੍ਰਿਸ਼ਟਮਾਨ ਸੰਸਾਰ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਕਿ ਦੇਖ ਮਨਾ, ਉਸ ਪਰਮਾਤਮਾ ਦੀ ਦਰਗਾਹ ਵਿੱਚ ਇਸ ਤਰ੍ਹਾਂ ਦੀ ਸਜ਼ਾ ਤੈਨੂੰ ਪ੍ਰਾਪਤ ਹੋਣੀ ਹੈ। ਬਾਬਾ ਫਰੀਦ ਜੀ ਜ਼ਿਕਰ ਕਰ ਰਹੇ ਨੇ, ਫਰੀਦਾ ਵੇਖ ਕਪਾ ਹੈ ਜੇ ਥੀਆ। ਕਪਾਹ ਦੀ ਉਦਾਹਰਨ ਦਿੱਤੀ ਹੈ। ਪਹਿਲਾਂ ਕਪਾਹ ਨੂੰ ਤੋੜਿਆ ਜਾਂਦਾ ਹੈ, ਤੋੜ ਕੇ ਉਸ ਨੂੰ ਚੰਗੀ ਤਰੀਕੇ ਦੇ ਨਾਲ ਉਹਨੂੰ ਦੁੱਖ ਦੇ ਕੇ ਕਪਾਹ ਨੂੰ ਉਹਦੇ ਡੋਡੇ ਦੇ ਵਿੱਚੋਂ ਵੱਖਰਾ ਕੀਤਾ ਜਾਂਦਾ, ਜਿਸ ਦੇ ਵਿੱਚ ਕਪਾਹ ਬਣਦੀ ਹੈ। ਉਸ ਤੋਂ ਬਾਅਦ ਉਸ ਕਪਾਹ ਨੂੰ ਵੇਲਣੇ ਵਿੱਚ ਪੀਂਜਿਆ ਜਾਂਦਾ ਹੈ, ਕਪਾਹ ਵੱਖਰੀ ਹੋ ਜਾਂਦੀ ਹੈ ਅਤੇ ਉਸਦੇ ਵਿੱਚ ਕਪਾਹ ਦੇ ਵਿੱਚ ਜੋ ਬੀਜ ਹੈ ਉਹ ਵੱਖਰਾ ਹੋ ਜਾਂਦਾ ਹੈ। ਉਸ ਤੋਂ ਬਾਅਦ ਕਪਾਹ ਨੂੰ ਕੱਤਿਆ ਜਾਂਦਾ ਹੈ, ਕੱਤ ਕੇ ਉਸਦਾ ਫਿਰ ਕੱਪੜਾ ਬਣਾਇਆ ਜਾਂਦਾ ਹੈ। ਕੱਪੜਾ ਬਣਾਉਣ ਤੋਂ ਬਾਅਦ ਉਸ ਕੱਪੜੇ ਦੀ ਮੈਲ ਕੱਢਣ ਵਾਸਤੇ ਬਾਰ-ਬਾਰ ਕੁੱਟਿਆ ਜਾਂਦਾ ਹੈ। ਤੇ ਬਾਬਾ ਫਰੀਦ ਜੀ ਵੇਖੋ
ਕਹਿਣ ਲੱਗੇ, ਕਹਿੰਦੇ ਕਪਾ ਦਾ ਕੀ ਕਸੂਰ ਸੀ ਪਰ ਉਸਨੂੰ ਇਤਨੀ ਮਾਰ ਖਾਣੀ ਪੈ ਰਹੀ ਹੈ। ਉਸਦੀ ਵਿਚਾਰੀ ਦਾ ਤਾਂ ਕੋਈ ਕਸੂਰ ਵੀ ਨਹੀਂ, ਕਿਉਂਕਿ ਕਪਾ ਨੂੰ ਪਹਿਲਾਂ ਡੋਡੇ ਵਿੱਚੋਂ ਵੱਖਰਾ ਕੀਤਾ ਗਿਆ, ਉਸ ਤੋਂ ਬਾਅਦ ਕਪਾ ਦੇ ਵਿੱਚੋਂ ਜੋ ਬੀਜ ਸੀ ਉਹਨੂੰ ਅੱਡ ਕੀਤਾ ਗਿਆ, ਉਸ ਤੋਂ ਬਾਅਦ ਉਸਨੂੰ ਕੱਤਿਆ ਗਿਆ, ਕੱਤਣ ਤੋਂ ਬਾਅਦ ਕੱਪੜਾ ਬਣਿਆ, ਕੱਪੜਾ ਬਣਨ ਤੋਂ ਬਾਅਦ ਉਸਨੂੰ ਧੋਬੀ ਨੇ ਕੁੱਟ-ਕੁੱਟ ਕੇ ਚੰਗੇ ਤਰੀਕੇ ਦੇ ਨਾਲ ਧੋਤਾ। ਕਹਿੰਦੇ ਜਿਸ ਤਰ੍ਹਾਂ ਇਹ ਕਪਾ ਜਿਹੜੀ ਹੈ ਉਹ ਵੇਲਣੇ ਵਿੱਚ ਵੇਲੀ ਜਾਂਦੀ, ਉਹ ਵੀ ਕਿਤਨਾ ਔਖਾ ਹੈ ਕਿ ਜਦੋਂ ਉਸਨੂੰ ਆਪਣਾ ਆਪ ਵੇਲਣੇ ਵਿੱਚ ਪੜਾਉਣਾ ਪੈਂਦਾ ਹੈ, ਕਿਤਨਾ ਔਖਾ ਹੈ। ਫਿਰ ਕਹਿੰਦੇ ਜੇ ਸਿਰ ਥੀਆ ਤਿਲਾ, ਫਿਰ ਦੂਜੀ ਉਦਾਹਰਨ ਦਿੰਦੇ ਨੇ, ਕਹਿੰਦੇ ਤਿਲਾਂ ਨੂੰ ਵੇਖ, ਤਿਲਾਂ ਦੇ ਸਿਰ ਤੇ ਕੀ ਬੀਤਦੀ ਹੈ। ਤਿਲਾਂ ਨੂੰ ਖੇਤ ਵਿੱਚੋਂ ਕਿਸਾਨ ਲੈ ਕੇ ਆਉਂਦਾ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਦਾਣੇ ਨੂੰ ਕੁੱਟਦਾ ਹੈ, ਕੁੱਟਣ ਤੋਂ ਬਾਅਦ ਉਹ ਦਾਣੇ ਕੁੱਟ ਖਾਂਦੇ ਨੇ, ਫਿਰ ਫਲੀ ਨਾਲੋਂ ਅੱਡ ਹੋ ਜਾਂਦੇ ਨੇ। ਉਹ ਜਿਹੜੇ ਤਿਲ ਹੁੰਦੇ ਨੇ, ਤਿਲਾਂ ਨੂੰ ਕੀ ਕਰਦਾ ਹੈ ਕਿਸਾਨ ਕਿ ਉਹਨਾਂ ਨੂੰ ਤੇਲ ਵਾਲਾ ਜਿਹੜਾ ਕੋਲੂ ਹੈ ਉਸਦੇ ਕੋਲ ਲੈ ਜਾਂਦਾ ਹੈ ਤੇ ਉਹਨਾਂ ਦੇ ਵਿੱਚੋਂ ਪਿੜਾ ਕੇ ਉਸਨੂੰ ਵਿੱਚੋਂ ਤੇਲ ਕਢਾਉਂਦਾ ਹੈ। ਆਖਣ ਲੱਗੇ ਬਾਬਾ ਫਰੀਦ ਜੀ, ਜੋ ਸਿਰਾਂ ਦੇ ਤਿਲ ਤੇ ਬੀਤਦੀ ਹੈ ਕੋਲੂ ਵਿੱਚ ਉਹ ਪੀੜੇ ਜਾਂਦੇ ਹਨ। ਔਰ ਇੱਥੇ ਵਸਨੇ ਕਿ ਕਈ ਵਾਰੀ ਤਿਲਾਂ ਦਾ ਤੇਲ ਦੀਵੇ ਵਿੱਚ ਪਾ ਕੇ ਵੱਟੀ ਲਾ ਕੇ ਉਸ ਤੇਲ ਨੂੰ ਸੜਨਾ ਪੈਂਦਾ, ਇਤਨਾ ਉਸ ਨੂੰ ਦੁਖੀ ਹੋਣਾ ਪੈਂਦਾ, ਇਹ ਸਜ਼ਾ ਉਹ ਭੋਗਦਾ ਹੈ। ਆਖਣ ਲੱਗੇ ਜੇ ਤੇਰੇ ਕੰਮ ਮੰਦੇ ਨੇ, ਤੇਰੇ ਅਮਲ ਮੰਦੇ ਨੇ, ਤਾਂ ਸੱਚ ਜਾਣਨੀ ਇਸ ਤਰ੍ਹਾਂ ਦੀ ਸਜ਼ਾ ਤੈਨੂੰ ਪਰਮਾਤਮਾ ਵਾਹਿਗੁਰੂ ਪ੍ਰਭੂ ਦੀ ਦਰਗਾਹ ਵਿੱਚ ਤੈਨੂੰ ਮਿਲੇਗੀ। ਇਤਨੀ ਔਖੀ ਸਜ਼ਾ ਹੈ ਪਰਮਾਤਮਾ ਦੀ ਦਰਗਾਹ ਵਿੱਚ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਆਖਣਗੇ ਜੀ ਉੱਥੇ ਕੁਛ ਨਹੀਂ ਹੁੰਦਾ। ਕਿਸ ਨੇ ਦੇਖੀ ਹੈ ਪਰਮਾਤਮਾ ਦੀ ਦਰਗਾਹ? ਪਰ ਸਤਿਗੁਰ ਕਹਿੰਦੇ ਇਹ ਗੱਲ ਕਿ ਰੱਬ ਦੀ ਦਰਗਾਹ ਦੇ ਵਿੱਚ ਲੇਖੇ ਜੋਖੇ ਹੁੰਦੇ ਹਨ। ਪਰਮਾਤਮਾ ਦੀ ਦਰਗਾਹ ਵਿੱਚ ਕੀਤੇ ਹੋਏ ਕਰਮਾਂ ਦੀਆਂ ਸਜ਼ਾਵਾਂ ਮਿਲਦੀਆਂ ਨੇ। ਦੇਖੋ ਨਾ ਕਿ ਮਨੁੱਖ ਜਿਹੜੇ ਕੰਮ ਕਰ ਰਿਹਾ ਹੈ, ਜਿਨ੍ਹਾਂ ਕੰਮਾਂ ਦੇ ਵਿੱਚ ਮਨੁੱਖ ਲੱਗਿਆ ਹੋਇਆ ਹੈ, ਉਹ ਕੰਮ ਕਰਨ ਵਾਲੇ ਮਨੁੱਖ ਨੂੰ ਸਤਿਗੁਰ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਦਰਗਾਹ ਦੇ ਅੰਦਰ ਤੈਨੂੰ ਸਜ਼ਾ ਜ਼ਰੂਰ ਮਿਲੇਗੀ। ਫਿਰ ਤੁਸੀਂ ਵੇਖੋ, ਕਹਿੰਦੇ ਕਮਾਦਾ ਅਰ ਕਾਗਦਾ। ਕਮਾਦ ਕਹਿੰਦੇ ਨੇ ਗੰਨੇ ਨੂੰ। ਹੁਣ ਕਹਿੰਦੇ ਨੇ ਉਸ ਕਮਾਦ ਦਾ ਕੀ ਕਸੂਰ? ਗੰਨੇ ਦਾ ਇਤਨਾ ਹੀ ਕਸੂਰ ਸੀ ਕਿ ਕੇਵਲ ਮਿਠਾਸ ਸੀ। ਉਸ ਮਿਠਾਸ ਦੇ ਚੱਕਰ ਦੇ ਵਿੱਚ ਗੰਨੇ ਨੂੰ ਪਹਿਲਾਂ ਜੜੋਂ ਵੱਢਿਆ ਗਿਆ, ਉਸ ਤੋਂ ਬਾਅਦ ਉਹ ਜਿਹੜਾ ਗੰਨਾ ਸੀ ਉਸ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ। ਪੀੜਨ ਤੋਂ ਬਾਅਦ ਉਸਦਾ ਰਸ ਬਣਿਆ। ਰਸ ਬਣ ਕੇ ਉਹਦਾ ਜਿਹੜਾ ਛਿੱਲੜ ਸੀ ਉਹ ਵੱਖਰਾ ਹੋਇਆ, ਉਹਨੂੰ ਸੁਕਾਇਆ ਗਿਆ ਤੇ ਉਹਨੂੰ ਸੁਕਾਉਣ ਤੋਂ ਬਾਅਦ ਉਸਨੂੰ ਭੱਠੀ ਦੇ ਵਿੱਚ ਪਾਇਆ ਗਿਆ ਤੇ ਨਾਲੇ ਉਹ ਜਿਹੜਾ ਗੰਨੇ ਵਿੱਚੋਂ ਰਸ ਨਿਕਲਿਆ ਸੀ ਉਸ ਰਸ ਨੂੰ ਚਾਗ ਤੇ ਚਾੜ ਦਿੱਤਾ ਗਿਆ। ਔਰ ਪਿਆਰ ਵਾਲੇ ਸੱਚ ਜਾਣਨਾ, ਉਸ ਦੇ ਹੀ ਆਪਣੇ ਜੋ ਗੰਨੇ ਦਾ ਬਚਿਆ ਹੋਇਆ ਛਿੱਲੜ ਸੀ ਉਸ ਦੀ ਅੱਗ ਦੇ ਵਿੱਚੋਂ ਉਸ ਰਸ ਨੂੰ ਆਪਣਾ ਆਪ ਜਿਹੜਾ ਸੀ ਉਹ ਕੜਾ ਵਿੱਚ ਪਾ ਕੇ ਸੜਵਾਣਾ ਪਿਆ। ਕਈ ਵਾਰ ਤੁਸੀਂ ਵੇਖੋ ਜਦੋਂ ਗੁੜ ਬਣਦਾ ਹੈ ਨਾ ਤਾਂ ਉਹਦੇ ਵਿੱਚ ਬੁਲਬੁਲੇ ਜਿਹੇ ਉੱਠਦੇ ਨੇ, ਜਿਵੇਂ ਉਹ ਆਪਣਾ ਦੁੱਖ ਬਿਆਨ ਕਰ ਰਿਹਾ ਹੋਵੇ, ਮੇਰਾ ਕੀ ਕਸੂਰ ਸੀ, ਕੇਵਲ ਮਿਠਾਸ ਸੀ, ਇਸ ਕਰਕੇ ਦੁੱਖ ਇੰਨਾ ਝੱਲਣਾ ਪਿਆ ਮੈਨੂੰ। ਉਹ ਆਪਣਾ ਦੁੱਖ ਬਿਆਨ ਕਰ ਰਿਹਾ ਹੁੰਦਾ ਹੈ ਕੇਵਲ ਮਿਠਾਸ ਕਰਕੇ। ਇਸ ਤਰ੍ਹਾਂ ਹੀ ਜਿਹੜੇ ਸੰਸਾਰ ਦੀ ਇਹਨਾਂ ਵਿਸਗਲਨਾਂ ਦੀ ਮਿਠਾਸ ਦੇ ਵਿੱਚ ਮਾੜੇ ਕਰਮ ਕਰਦੇ ਨੇ, ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਰੱਬ ਦੀ ਦਰਗਾਹ 'ਚ ਉਹਨਾਂ ਨੂੰ ਵੀ ਸਜ਼ਾ ਭੋਗਣੀ ਪੈਂਦੀ ਹੈ। ਕਹਿਣ ਲੱਗੇ ਕਮਾਦਾ ਅਰ ਕਾਗਦਾ। ਫਿਰ ਦੂਜੀ ਉਦਾਹਰਨ ਦਿੱਤੀ ਕਾਗਜ਼ ਦੀ। ਆਖਣ ਲੱਗੇ ਜਿਵੇਂ ਕਾਗਜ਼ ਹੈ, ਕਾਗਜ਼ ਵੀ ਇਸ ਤਰ੍ਹਾਂ ਹੀ ਬਣਦਾ ਹੈ। ਚੀੜ ਦਾ ਰੁੱਖ ਜਾਂ ਬਾਂਸ ਦਾ ਰੁੱਖ ਪੁਰਾਤਨ ਸਮੇਂ ਵਿੱਚ
ਕਾਗਜ਼ ਦਾ ਬਣਾਉਣ ਦਾ ਇਹ ਤਰੀਕਾ ਸੀ ਕਿ ਚੀੜ ਦੇ ਰੁੱਖ ਹੁੰਦੇ ਸਨ, ਬਾਂਸ ਦੇ ਸਨ, ਉਹਨਾਂ ਰੁੱਖਾਂ ਨੂੰ ਵੱਢ ਕੇ ਉਸ ਤੋਂ ਬਾਅਦ ਉਹਨਾਂ ਰੁੱਖਾਂ ਨੂੰ ਚੰਗੀ ਤਰ੍ਹਾਂ ਬਿਲਕੁਲ ਉਹਨਾਂ ਦਾ ਆਪਾ ਖਤਮ ਕਰ ਦੇਣਾ, ਆਓ ਕਿ ਉਹਨਾਂ ਨੂੰ ਚੰਗੀ ਕਰ ਲੈਣੇ। ਉਸਦੇ ਟੋਟੇ ਕਰਨ ਤੋਂ ਬਾਅਦ ਉਸ ਬਾਂਸ ਨੂੰ ਪੀਸ ਲੈਣਾ, ਪੀਸ ਕੇ ਫਿਰ ਪਾਣੀ ਦੇ ਵਿੱਚ ਔਰ ਪਾਣੀ ਵਿੱਚ ਪਾਉਣ ਤੋਂ ਬਾਅਦ ਫਿਰ ਉਸਦਾ ਕਾਗਜ਼ ਤਿਆਰ ਹੁੰਦਾ ਸੀ। ਇਹ ਇੱਕ ਤਰੀਕਾ ਸੀ ਚੀੜ ਦਾ, ਜਾਂ ਬਾਂਸ ਦੇ ਜਿਹੜੇ ਰੁੱਖ ਹੁੰਦੇ ਸਨ ਉਹਨਾਂ ਤੋਂ ਕਾਗਜ਼ ਤਿਆਰ ਹੁੰਦਾ ਸੀ। ਔਰ ਤੁਸੀਂ ਵੇਖੋ ਕਿ ਉਹ ਕਾਗਜ਼ ਜਿਹੜਾ ਹੈ ਉਹ ਇਸ ਤਰ੍ਹਾਂ ਤਿਆਰ ਹੁੰਦਾ ਸੀ। ਔਰ ਉਸ ਕਾਗਜ਼ ਜਦੋਂ ਉਹ ਖਰਾਬ ਹੋ ਜਾਂਦਾ ਸੀ, ਉਸ ਤੋਂ ਬਾਅਦ ਫਿਰ ਉਸ ਕਾਗਜ਼ ਨੂੰ ਗਾਲਿਆ ਜਾਂਦਾ ਸੀ ਪਾਣੀ ਦੇ ਵਿੱਚ। ਪਾਣੀ ਦੇ ਵਿੱਚ ਪਾ ਦੇਣਾ ਕਾਗਜ਼ ਨੂੰ, ਉਹ ਗਲ ਜਾਂਦਾ ਸੀ। ਗਲਣ ਤੋਂ ਬਾਅਦ ਫਿਰ ਦੁਬਾਰਾ ਕਾਗਜ਼ ਤਿਆਰ ਕਰ ਲਿਆ ਜਾਂਦਾ ਸੀ। ਇੱਕ ਤਰੀਕਾ ਸੀ ਕਾਗਜ਼ ਨੂੰ ਤਿਆਰ ਕਰਨ ਦਾ। ਆਖਣ ਲੱਗੇ ਜਿਵੇਂ ਕਮਾਦ ਵੇਲਣੇ ਵਿੱਚ ਆਪਣਾ ਆਪ ਪੜਵਾਉਂਦਾ ਹੈ, ਕਾਗਜ਼ ਜਿਹੜਾ ਉਹ ਬਣਨ ਵਾਸਤੇ ਕਿਤਨਾ ਔਖਾ ਹੁੰਦਾ ਹੈ, ਕਿਸ ਪ੍ਰਕਾਰ ਵਿੱਚੋਂ ਉਹ ਨਿਕਲਦਾ ਹੈ, ਕਿਤਨੇ ਦੁੱਖ ਝੱਲਣੇ ਪੈਂਦੇ। ਆਖਣ ਲੱਗੇ ਹੇ ਬੰਦਿਆ, ਇੱਥੇ ਹੀ ਬਸ ਕੋਇਲਿਆ ਤੇ ਮਿੱਟੀ ਦੀ ਜਿਹੜੀ ਹਾਂਡੀ ਹੈ, ਜਿਹਦੇ ਵਿੱਚ ਸਾਗ ਲੋਕ ਬਣਾਉਂਦੇ ਨੇ, ਪਿੰਡਾਂ ਦੇ ਵਿੱਚ ਹੋਰ ਦਾਲ ਬਣਾਉਂਦੇ ਨੇ, ਉਹ ਜਿਹੜੀ ਹਾਂਡੀ ਹੈ, ਉਹ ਜਿਹੜਾ ਬਰਤਨ ਹੈ, ਜਿਹੜਾ ਕਿ ਥੱਲੋਂ ਹਰ ਵੇਲੇ ਕਾਲਾ ਰਹਿੰਦਾ ਹੈ, ਆਓ ਕਿ ਹਰ ਵੇਲੇ ਉਹ ਭੱਠੀ ਤੇ ਚੜਿਆ ਹੀ ਰਹਿੰਦਾ ਸੀ। ਬਰੋਸੀ ਦੇ ਵਿੱਚ ਉਹ ਜਿਹੜੀ ਹਾਂਡੀ ਸੀ ਉਹ ਰੱਖੀ ਰਹਿੰਦੀ ਸੀ, ਦੁੱਧ ਕੱਢਦਾ ਰਹਿੰਦਾ ਸੀ। ਆਖਣ ਲੱਗੇ ਜਿਸ ਤਰ੍ਹਾਂ ਉਹ ਹਾਂਡੀ ਜਿਹੜੀ ਹੈ ਉਹ ਦੁੱਖ ਝੱਲਦੀ ਹੈ। ਤੇ ਅਗਲੇ ਵਚਨ ਕੀਤੇ ਬਾਬਾ ਫਰੀਦ ਜੀ ਨੇ ਕੋਇਲਿਆ। ਕੋਇਲੇ ਦਾ ਅਰਥ ਹੈ ਜਿਵੇਂ ਕੋਇਲਿਆਂ ਨਾਲ ਵਰਤਦੀ ਹੈ। ਹੁਣ ਕੋਇਲੇ ਕਿੱਦਾਂ ਹੁੰਦਾ ਸੀ, ਲੋਕ ਪਹਿਲਾਂ ਲੱਕੜਾਂ ਵੱਢ ਕੇ ਲੈ ਕੇ ਆਉਂਦੇ ਸੀ, ਉਹਨਾਂ ਦੇ ਕੋਇਲੇ ਬਣਾਏ ਜਾਂਦੇ ਸਨ, ਉਹਨਾਂ ਨੂੰ ਪਾਣੀ ਪਾ ਕੇ ਕੋਇਲਾਂ ਨੂੰ ਠੰਡਾ ਕੀਤਾ ਜਾਂਦਾ ਸੀ। ਫਿਰ ਜਦੋਂ ਲੋੜ ਹੁੰਦੀ ਸੀ ਅੱਗ ਦੀ ਤਾਂ ਉਸ ਵੇਲੇ ਕੋਇਲਾਂ ਨੂੰ ਫਿਰ ਦੁਬਾਰਾ ਭਖਾਇਆ। ਉਹ ਜਿਹੜੇ ਕੋਇਲੇ ਸਨ ਭਖਦੇ ਹੁੰਦੇ ਸਨ, ਫਿਰ ਪਾਣੀ ਪਾ ਕੇ ਉਹਨਾਂ ਨੂੰ ਠੰਡਾ ਕੀਤਾ ਹੁੰਦੀ ਸੀ, ਫਿਰ ਉਹਨਾਂ ਨੂੰ ਗਰਮ ਕੀਤਾ। ਬਾਬਾ ਫਰੀਦ ਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਦੁੱਖ ਝੱਲਣਾ ਪੈਂਦਾ ਸੀ। ਆਓ ਕਿ ਕੋਇਲਾ ਨਾਲ ਇਤਨਾ ਔਖਾ ਵਰਤਦਾ ਸੀ ਕਿ ਬਾਰ-ਬਾਰ ਭੱਠੀ ਦੇ ਉੱਤੇ ਚੜ੍ਹਨਾ ਪੈਂਦਾ ਸੀ। ਬਾਬਾ ਫਰੀਦ ਜੀ ਕਹਿੰਦੇ ਨੇ ਨਾ ਕੀਤੀ, ਪਰ ਇਹਨਾਂ ਨੇ ਆਖਰ ਕਰ ਅਮਲ ਕਰੇਂਦਿਆਂ ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਇਹਨਾਂ ਵਿਸਗੰਦਲਾਂ ਦੀ ਖਾਤਰ। ਇਸ ਤਰ੍ਹਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਉੱਥੇ ਤੈਨੂੰ ਸਜ਼ਾ ਪ੍ਰਾਪਤ ਹੋਵੇਗੀ। ਕਬੀਰ ਕਹਾਣੀ ਪੀੜ ਤੇ, ਕਹਾਣੀ ਦੇ ਵਿੱਚ ਤੈਨੂੰ ਪੀੜਿਆ ਜਾਣਾ। ਜਿਵੇਂ ਕੋਲੂ ਦੇ ਅੰਦਰ ਤਿਲ ਨੂੰ ਪੀੜਿਆ ਗਿਆ ਤੇਲ ਕੱਢਣ ਵਾਸਤੇ, ਇਸ ਤਰ੍ਹਾਂ ਤੇਰੇ ਕੀਤੇ ਹੋਏ ਗੁਨਾਹ ਕਰਕੇ ਉੱਥੇ ਤੇਰੇ ਕੀਤੇ ਕਰਮਾਂ ਅਨੁਸਾਰ ਤੈਨੂੰ ਸਜ਼ਾ ਭੋਗਣੀ ਪੈਣੀ ਹੈ। ਔਰ ਇਸ ਗੱਲ ਦੇ ਉੱਤੇ ਗੁਰੂ ਸਾਹਿਬ ਜੀ ਨੇ ਬੜਾ ਜ਼ੋਰ ਦਿੱਤਾ ਕਿ ਉੱਥੇ ਤੈਨੂੰ ਸਜ਼ਾ ਮਿਲੇਗੀ ਭਾਈ, ਤੂੰ ਸਜ਼ਾ ਦਾ ਹੱਕਦਾਰ ਹੋਏਗਾ। ਬੜਾ ਪਿਆਰਾ ਬਚਨ ਹੈ ਕਬੀਰ ਸਾਹਿਬ ਜੀ ਦਾ। ਆਖਣ ਲੱਗੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਲਾਲਚ लागे जन्म गवाया ता दिन कछ न वसाएगा। तन जोवन का गर्व न कीजै कागद जो गल जाएगा। ते सिमरन भजन दया नहीं कीनी तो मुख चोटा खाएगा। जे तू सिमरन नहीं करता, भजन नहीं करता, तो परमात्मा की दरगाह दे विच तैनूं सज़ा प्राप्त होनी है। ਇੱਥੇ ਵੀ ਬਾਬਾ ਫਰੀਦ ਜੀ ਕਹਿਣ ਲੱਗੇ ਮੰਦੇ ਅਮਲ ਕਰੇਂਦਿਆਂ ਇਹ ਸਜ਼ਾ ਏ ਤਿੰਨਾਂ, ਜਿਹੜੇ ਲੋਕ ਸੰਸਾਰ ਦੀ ਇਹਨਾਂ ਵਿਸਗੰਦਲਾਂ ਦੇ ਵਿੱਚ ਮੰਦੇ ਕੰਮ ਕਰਦੇ ਅਰਥਾਂ ਦੀ ਖਾਤਰ, ਤਿਉਂ ਤਿਉਂ ਉਹ ਬੜੇ ਦੁੱਖ ਭੋਗਣੀ ਪੈਂਦੀ ਹੈ। ਇਸ ਕਰਕੇ ਗੁਰੂ ਵਿੱਚ
अपने सिख नूं आख्या कि तू जीवन विच सुरखरू होवें। एक घटना है आनंदपुर साहब जी दी। गुरु साहब जी दे घर दे आनंदपुर साहब दी रंगली दे विच एक भाई बहुकार सी और गुरु साहब जी दे बच्चों नूं खिडाउण वाला जिहड़ा गुरु का सिख, उसने की कीता कि भाई माला सिंह जी कोलों ना पैसे उधार मंगे। गल करना भाई माला सिंह ने बड़ी खुशी नाल दे दिते। इतना प्रसन्न सी क्योंकि वो गुरु साहब जी दे फरजंदा नूं साहिबजादा नूं खिडाउंदा सी। गुरु साहब जी दे साहिबजादा दा खिडावा सी वो। हुण की होया कि कुछ उसने कहा भी तू मैनू पैसे उधार दे पर कुछ समय बाद मैं मोड़ देवांगा। कुछ महीने लंघ वो पैसे उसने जाके सिख नूं मजबूरी विच तैनूं आखना नहीं सी क्योंकि तू गुरु साहब जी दे बच्चों नूं, पर मैं बड़ी गरीबी विच आ गया हाँ, मेरे पैसे मोड़ दे। वो माला सिंह नूं कहंदा है कि भी मैं तो क्या ओ के सिखा भी तो गुरु के लाला नूं खिडाउना है, तेरा जीवन तो बड़ा उच्चा होना चाहिए सी। सच जाने की हक पराया ना और उस गाए गुरु पीर हामा तां पर जा मुरदार ना खाए। गुरु ते पीर ने तेरी हामी कोई नहीं करनी क्योंकि तू मंदे अमल कर रहे हैं। जिन्हां दे कम मंदे ने जेड़े लैके इस भरोसे लैके उसने तां दे दिते भाई माला सिंह जी ने भी ये तू गुरु के बच्चों नूं खिडाउना है, गुरु दे बच्चों दे इतने नेड़े रहना है, गुरु घर दे इतने नेड़े रहना है। उन्होंने विश्वास किया ते गुरु गोबिंद सिंह महाराज कहते कमड़े विसार मत सरबंदा थीवें साईं दे दरबार। नहीं तो साईं दे दरबार में सरविंदगी उठानी पएगी तेनों। फिर जाके उसने भाई माला सिंह दे पैसे सवेरे गया, जाके अदब सैद पैसे मोड़े ते गुस्ताखी दी माफ़ी मंगी भी सिखा भी मेरे कोलों गलती हो गई है, तू अरदास करके गुरु मेरा हामी भर दे, मेरे लेखे बख्शे जान परमात्मा की दरगाह दे विच। क्योंकि माड़े काम करन वाले जेड़े ने मंदे काम करन वाले ने उन्हां दा लेखा हर एक काम दा उत्थे लेखा हुंदा है। इस करके चंगे काम करन वास्ते बाबा फरीद जी प्रेरणा कर रहे हैं, माड़े काम करेगा तो सजा भोगनी पवेगी। उदाहरण दे के क्या जिमें कप्पा सजा भोगती है, बेलने विच वेली जाती है, जिमें तिल जेड़े ने वो कोलू विच पीड़े जाते हैं, कमाद है, कागज है, मिट्टी की हांडी है, कोयला नाल जो वरतदा है वो परमात्मा की दरगाह में तेरे नाल वरतेगा। फिर अगले वचन कीते फरीदा कन मुसल्ला सूफ गल दिल काती गुड़ बात। बाबा फरीद जी समझान लगे कि कोई ये भुलेखा ना कर लवे कि किसी मनुख ने धार्मिक लिबास पाया है। कन मुसला कन कन का अर्थ करांगे मोडे दे उत्ते, इनू कन नहीं पढ़ा कन कन का अर्थ होंदा मोडा। ये अखर बनया कंधे तो मोडे तो इनू पढ़ांगे कन मुसला पाओ कि मोडे दे उत्ते मुसला रखा होवे। सोभ गल काली कफनी पाई होवे जिवें मुसलमान वीर पांदे ने। दिल काती दिल दे अंदर कैची होवे ते गुड़ बात ते बात दा अर्थ है गल। पाओ कि बाहर लोकां नूं विखाण लई फकीरी वेश धारण कीता होवे ते मूहों बड़ा मिठा बोलदा होवे कि वो परमात्मा की दरगाह विच बख्शिया जाएगा। ताही तो गुरु नानक पातशाह जदों तुलंबे की धरती ते
ਸੱਜਣ ਦੇ ਕੋਲ। ਤਾਂ ਗੁਰੂ ਸਾਹਿਬ ਜੀ ਨੇ ਉੱਥੇ ਗੱਲ ਆਖੀ ਸੀ ਕਿ ਸੱਜਣ, ਤੇਰੀ ਹਾਲਤ ਐਸੀ ਹੈ ਜਿਵੇਂ ਕਹੇ ਦਾ ਭਾਂਡਾ ਹੁੰਦਾ ਹੈ, ਉਹ ਲਿਸਕਦਾ ਹੈ, ਦੂਰੋਂ ਚਮਕਦਾ ਹੈ, ਪਰ ਅੰਦਰ ਜਿਹੜਾ ਹੱਥ ਮਾਰੋ ਨਾ, ਜਿਤਨੀ ਵਾਰੀ ਵੀ ਹੱਥ ਮਾਰੋਗੇ ਹੱਥ ਕਾਲਖ ਨਾਲ ਭਰ ਜਾਂਦੇ ਹੈ। ਤੇਰੀ ਹਾਲਤ ਇਦਾਂ ਦੀ ਹੈ। ਜਿਵੇਂ ਕਹਿੰਦੇ ਕੋਈ ਮਕਾਨ ਦੇ ਅੰਦਰ ਰਹਿੰਦਾ ਨਾ ਹੋਵੇ ਨਾ, ਤੇ ਉਹ ਮਕਾਨ ਡੱਠਿਆਂ ਕੰਮ ਨਾ ਆਪਣੀ, ਉਹ ਢਹਿ ਜਾਂਦਾ, ਅੰਦਰੋਂ ਬਾਹਰੋਂ ਲੱਗਦਾ ਵੀ ਬਹੁਤ ਸੋਹਣਾ ਮਕਾਨ, ਅੰਦਰੋਂ ਜਦੋਂ ਕੋਈ ਰਹਿੰਦਾ ਹੀ ਨਹੀਂ ਉਹ ਖਰਾਬ ਹੋ ਜਾਂਦਾ ਮਕਾਨ। ਤੇਰੀ ਹਾਲਤ ਗੱਲ ਕਹੀ ਸੀ ਗੁਰੂ ਨਾਨਕ ਪਾਤਸ਼ਾਹ ਨੇ, ਤੇਰੀ ਹਾਲਤ ਐਸੀ ਹੈ ਜਿਵੇਂ ਕੋਈ ਤੀਰਥ ਦੇ ਉੱਤੇ ਬਗਲਾ ਰਹਿੰਦਾ ਹੈ ਨਾ, ਦੇਖਣ ਨੂੰ ਹੰਸ ਲੱਗਦਾ ਹੈ ਪਰ ਹੁੰਦਾ ਹੈ ਬਗਲਾ, ਕਿਉਂਕਿ ਉਸਦੇ ਖੰਭ ਵੀ ਚਿੱਟੇ ਹੁੰਦੇ ਨੇ। ਉੱਥੇ 3 ਉਦਾਹਰਨਾਂ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਵੀ ਤੂੰ ਪਰ ਤੇਰੇ ਜੀਵਨ ਚ ਉੱਥੇ ਕਿਹਾ ਸੀ ਕਿ ਉਜਲ ਕਹਿਹਾਂ ਚਲਕਣਾ ਤੋਤੇ ਸੋ ਧੋਮਾ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਅਸੀਂ ਕਹਿੰਦੇ ਜਿਹੜੇ ਸੁੰਦਰ ਮਕਾਨ ਹੋਵੇ ਬਣਿਆ ਹੋਇਆ, ਡੱਠਿਆ ਜਾਵੇ ਤੇ ਕਿਸੇ ਕੰਮ ਨਹੀਂ। ਫਿਰ ਅਗਲੀ ਗੱਲ ਆਖੀ ਸੀ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਆਂ। ਕਹਿੰਦੇ ਬਗਲਾ ਵੀ ਜਿਹੜਾ ਹੈ ਉਹ ਦੇਖਣ ਨੂੰ ਚਿੱਟਾ ਹੁੰਦਾ ਹੈ। ਇਸ ਤਰ੍ਹਾਂ ਤੀਰਥ ਤੇ ਰਹਿਣ ਵਾਲੇ ਸੱਜਣਾ ਵੀ ਤੇਰਾ ਲਿਬਾਸ ਵੀ ਚਿੱਟਾ ਹੈ, ਚਿੱਟੇ ਕੱਪੜੇ ਪਾਏ ਹੋਏ ਨੇ, ਪਰ ਕੀ ਤੇਰੇ ਹਿਰਦੇ ਵਿੱਚ ਵੀ ਚਿੱਟਾਪਣ ਹੈ? ਕਿਤੇ ਐਸਾ ਤੇ ਨਹੀਂ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਆਂ। ਤੂੰ ਘੁੱਟ ਘੁੱਟ ਕੇ ਜੀਆਂ ਨੂੰ ਖਾ ਰਹੇ, ਕਿਉਂਕਿ ਬਗਲੇ ਦੀ ਇੱਕ ਬਿੜਤੀ ਹੈ, ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ। ਬਗਲਾ ਜਦੋਂ ਸਰੋਵਰ ਤੇ ਬੈਠੇਗਾ ਨਾ, ਉਹ ਡੱਡੀਆਂ ਲੱਭੇਗਾ ਉੱਥੇ। ਇਸ ਕਰਕੇ ਬਾਬਾ ਫਰੀਦ ਜੀ ਨੇ ਹਾਲਤ ਦੱਸੀ ਹੈ, ਕਹਿੰਦੇ ਫਰੀਦਾ ਕੰਨ ਮੁਸੱਲਾ ਸੂਪ ਗਲ ਦਿਲ ਕਾਤੀ ਗੁੜ ਬਾਤ, ਬਾਹਰ ਦਿਸੈ ਚਾਨਣ ਨੰਦ ਅੰਧਿਆਰੀ ਰਾਤ। ਆਖਣ ਲਗੇ ਬਾਬਾ ਫਰੀਦ ਜੀ, ਕਹਿੰਦੇ ਦਿਲੋਂ ਵਿਸ ਗੰਦਲਾਂ ਦੀ ਖਾਤਰ ਖੋਟਾ ਤੇ ਬਾਹਰ ਚਾਨਣ ਦਿਸ ਰਿਹਾ, ਪਰ ਦਿਲ ਵਿੱਚ ਹਨੇਰੀ ਰਾਤ ਵਪਰੀ ਹੋਈ ਹੈ। ਅੰਦਰੋਂ ਜਿਹੜਾ ਹੈ ਮਾੜਾ, ਬਾਹਰੋਂ ਧਰਮੀ ਲੱਗਦਾ ਹੈ। ਬਾਹਰੋਂ ਲਿਬਾਸ ਦਾ, ਬਾਹਰੋਂ ਐਸੇ ਧਰਮ ਦਾ ਕੀ ਲਾਭ? ਬਾਬਾ ਫਰੀਦ ਜੀ ਕਹਿੰਦੇ ਨੇ ਇਹ ਜੀਵਨ ਦੇ ਅੰਦਰ। ਔਰ ਇੱਥੇ ਪ੍ਰੇਰਨਾ ਕਰ ਰਹੇ ਨੇ ਫਰੀਦ ਸਾਹਿਬ ਜੀ ਕਿ ਆਪਣੇ ਜੀਵਨ ਦੇ ਅੰਦਰ ਚਾਨਣ ਕਰੀਏ। ਧਾਰਮਿਕ ਹੋਵੇ ਪਰ ਹੋਣਾ ਚਾਹੀਦਾ, ਜਿਵੇਂ ਕਿ ਬਾਬਾ ਫਰੀਦ ਜੀ ਨੇ ਬਚਨ ਕੀਤੇ, ਸਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ, ਰਿਤ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਪੋਏ ਭਾਰ ਥੇ। ਜਿਨ੍ਹਾਂ ਨੂੰ ਨਾਮ ਭੁੱਲਿਆ ਉਹ ਧਰਤੀ ਦੇ ਭਾਰ ਹੀ ਨੇ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਅੰਦਰੋਂ ਤੇ ਬਾਹਰੋਂ ਇੱਕ। ਕਿਤੇ ਬਾਹਰ ਦੇ ਰਸਮਾਂ ਸਾਡੇ ਕੋਲ ਹੋਣ, ਅੰਦਰ ਧਰਮ ਨਾ ਹੋਵੇ, ਤਾਂ ਪਰਮਾਤਮਾ ਦੀ ਦਰਗਾਹ ਵਿੱਚ ਮੰਦੇ ਅਮਲ ਕਰਨ ਵਾਲਿਆਂ ਦਾ ਲੇਖਾ ਜੋਖਾ ਹੁੰਦਾ ਹੈ, ਤੇ ਉੱਥੇ ਸੁਰਖਰੂ ਨਹੀਂ ਹੋਵਾਂਗੇ। ਕਿ ਮਾਲਕ ਦੇ ਘਰ ਵਿੱਚ ਸਾਡਾ ਲੇਖਾ ਹੋਵੇ, ਅਸੀਂ ਇੱਕ ਹੋ ਸਕੀਏ। ਜੋ ਅਸੀਂ ਮੁਖ ਤੋਂ ਕਹਿੰਦੇ ਹੋਵੇ, ਧਾਰਮਿਕ ਲਿਬਾਸ ਅਸੀਂ ਧਾਰਨ ਕਰਦੇ ਹਾਂ, ਉਹ ਧਰਮ ਗੁਰੂ ਕਾ ਬਖਸ਼ਿਆ। ਅਸੀਂ ਧਰਮੀ ਤਾਂ ਸਫਲ ਹੋ ਜਾਏ, ਔਰ ਅਸੀਂ ਆਪਣੇ ਜੀਵਨ ਐਸਾ ਕਰ ਲਈਏ ਕਿ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੋਣ ਜੋਗਾ ਕਰ ਲਈਏ। ਕਿਉਂਕਿ ਜਿਨ੍ਹਾਂ ਨੇ ਨਾਮ ਜਪ ਲਿਆ, ਸੱਚ ਜਾਣਨਾ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਪ੍ਰਤਾਪ ਜਮਦੂਤ ਵੀ ਛੱਡ ਕੇ ਚਲਾ ਜਾਂਦਾ ਹੈ। ਜਿਨ੍ਹਾਂ ਨੇ ਨਾਮ ਜਪ ਰਾਏ ਦਰ ਕਾਗਦ ਫਾਰੇ, ਜਨ ਨਾਨਕ